ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਟੱਡੀ ਐਟ ਇਨਫੋ 'ਚ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਹੁਣ ਤੁਹਾਡੇ ਸਿਰਫ 4 ਹੀ ਦਿਨ ਰਹਿ ਗਏ ਹਨ ਕਿ ਤੁਸੀਂ ਇਹਨਾਂ 4 ਦਿਨਾਂ ਵਿੱਚ ਕੀ ਕੁਝ ਕਰ ਸਕਦੇ ਹੋ ਕਿ ਤੁਸੀਂ ਫਾਈਨਲ ਟੱਚ ਦੇ ਕੇ ਆਪਣੀ ਤਿਆਰੀ ਨੂੰ ਆਪਣਾ ਜਿਹੜਾ ਐਗਜ਼ਾਮ ਉਹ ਕਲੀਅਰ ਕਰ ਸਕਦੇ ਹੋ। ਇਹ ਵੀਡੀਓ ਸਿਰਫ ਉਹਨਾਂ ਲਈ ਹੈ ਜਿਹੜੇ ਹੁਣ ਤੱਕ ਤਿਆਰੀ ਕਰ ਚੁੱਕੇ ਹਨ, ਆਪਣੀ ਪੂਰੀ ਸਿਰਫ ਰਿਵਾਈਜ਼ ਕਰ ਰਹੇ ਹਨ, ਠੀਕ ਹੈ। ਕਿਉਂਕਿ ਜਿਨ੍ਹਾਂ ਦੀ ਹਲੇ ਤਿਆਰੀ ਹੀ ਕੰਪਲੀਟ ਨਹੀਂ ਹੋਈ ਉਹ ਪਹਿਲਾਂ ਆਪਣੀ ਤਿਆਰੀ ਕੰਪਲੀਟ ਕਰੋ, ਫਿਰ ਅੱਗੇ ਉਸ ਤੋਂ ਬਾਅਦ ਸੋਚਿਆ ਜਾ ਸਕਦਾ ਹੈ ਕੀ ਕਰਨਾ ਹੈ, ਠੀਕ ਹੈ। ਜਿਨ੍ਹਾਂ ਦੀ ਤਿਆਰੀ ਕੰਪਲੀਟ ਹੋ ਚੁੱਕੀ ਹੈ ਇਹ ਵੀਡੀਓ ਉਹਨਾਂ ਲਈ ਹੈ, ਠੀਕ ਹੈ। ਸਪੈਸ਼ਲੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਨ੍ਹਾਂ ਦੀ ਤਿਆਰੀ ਕੰਪਲੀਟ ਹੋ ਚੁੱਕੀ ਹੈ ਉਹ 5 ਆਪਣੇ ਜਿਹੜੇ ਮੋਕ ਟੈਸਟ ਹੈ ਉਹ ਜ਼ਰੂਰ ਲਗਾਓ। ਮੋਕ ਟੈਸਟ ਦਾ ਕੀ ਤਰੀਕਾ ਲਗਾਉਣ ਦਾ, ਠੀਕ ਹੈ। ਤੁਸੀਂ ਪੈਨ ਕਾਪੀ ਲੈ ਕੇ ਬੈਠ ਜਾਣਾ ਹੈ, 1 ਤੋਂ ਲੈ ਕੇ 95 ਤੱਕ ਆਪਣੀ ਕਾਪੀ ਉੱਤੇ ਨੰਬਰ ਲਿਖ ਲਵੋ, ਠੀਕ ਹੈ। ਮੋਕ ਟੈਸਟ ਨੂੰ ਓਪਨ ਕਰੋ, ਇੱਕ ਪਹਿਲਾ ਮੋਕ ਟੈਸਟ ਲਗਾ ਲਓ ਮੰਨ ਲਓ, ਠੀਕ ਹੈ। ਪੂਰੇ 2 ਘੰਟੇ ਤੁਸੀਂ ਲਗਾਉਣੇ ਆ, 2 ਘੰਟੇ ਦੇ ਟਾਈਮ ਵਿੱਚ ਤੁਸੀਂ ਮੋਕ ਟੈਸਟ ਨੂੰ ਹੱਲ ਕਰਨਾ ਹੈ, ਠੀਕ ਹੈ। ਪੂਰਾ ਮੋਕ ਟੈਸਟ ਕਰਨ ਤੋਂ ਬਾਅਦ ਤੁਸੀਂ ਲਾਸਟ ਵਿੱਚ ਆਪਣੇ ਆਨਸਰ ਹੈ ਜਿਹੜੇ ਆਨਸਰ ਕੀ ਨਾਲ ਮੈਚ ਕਰੋ। ਹਰੇਕ ਮੋਕ ਟੈਸਟ ਦੇ ਐਂਡ ਵਿੱਚ ਆਨਸਰ ਕੀ ਦਿੱਤੀ ਹੋਈ ਹੈ ਕਿ ਤੁਹਾਡੇ ਕਿੰਨੇ ਜਿਹੜੇ ਆਨਸਰ ਹੈ ਉਹ ਸਹੀ ਹੋ ਰਹੇ ਹੈ, ਕਿੰਨੇ ਗਲਤ ਹੋ ਰਹੇ ਹੈ, ਠੀਕ ਹੈ। ਤਕਰੀਬਨ ਤੁਸੀਂ ਮੰਨ ਕੇ ਚਲੋ ਤੁਸੀਂ 80% ਪੇਪਰ ਸਹੀ ਕਰਨ ਦੀ ਕੋਸ਼ਿਸ਼ ਕਰਨੀ ਹੈ ਜੇਕਰ ਤੁਸੀਂ ਇਹ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਹੋ। ਹੁਣ ਤੁਸੀਂ ਮੋਕ ਟੈਸਟ ਦਾ ਰਿਜ਼ਲਟ ਦੇਖਣਾ ਹੈ ਕਿ ਤੁਹਾਡੇ ਸਾਰੇ ਸੈਕਸ਼ਨ ਜਿਵੇਂ IPC, CRPC, PPR, ਠੀਕ ਹੈ, ਅਤੇ GK ਕਿਹੜੇ ਸੈਕਸ਼ਨ ਵਿੱਚ ਜ਼ਿਆਦਾ ਗਲਤ ਹੋ ਰਹੇ ਹਨ, ਕਿੱਥੇ ਕਮੀ ਹੈ, ਠੀਕ ਹੈ। 4 ਦਿਨਾਂ ਵਿੱਚ ਤੁਸੀਂ ਇਹਨਾਂ ਦਿਨਾਂ ਵਿੱਚ ਆਪਣੀ ਉਹ ਕਮੀ ਜਿਹੜੀ ਦੂਰ ਕਰੋਗੇ, ਠੀਕ ਹੈ। ਇਹ ਮੋਕ ਟੈਸਟ ਦਾ ਇਹੀ ਮਤਲਬ ਹੁੰਦਾ ਹੈ, ਇੱਕ ਤਾਂ ਮੋਕ ਟੈਸਟ ਦੇਣ ਨਾਲ ਤੁਹਾਨੂੰ ਥੋੜ੍ਹਾ ਐਕਸਪੀਰੀਅੰਸ ਹੋ ਜਾਂਦਾ ਹੈ ਕਿ ਤੁਸੀਂ ਪੇਪਰ ਹੈ ਜਿਹੜਾ ਅਟੈਂਪਟ ਕਿਵੇਂ ਕਰਨਾ ਹੈ। ਮੋਕ ਟੈਸਟ ਕਰਨ ਨਾਲ ਤੁਹਾਡੀ ਜਿਹੜੀ ਨਰਵਸਨੈਸ ਹੈ ਜਿਹੜੀ ਤੁਸੀਂ ਐਗਜ਼ਾਮ ਵਿੱਚ ਘਬਰਾ ਜਾਂਦੇ ਹੋ ਬਹੁਤ ਜ਼ਿਆਦਾ ਜਾਂਦੇ ਸਰ, ਉਹ ਥੋੜ੍ਹੀ ਘਟੇਗੀ। ਕਿਉਂਕਿ ਜੋ ਤੁਸੀਂ ਪਹਿਲਾਂ ਹੀ 4-5 ਉਸੇ ਤਰ੍ਹਾਂ ਦੇ ਬਿਲਕੁਲ ਪੇਪਰ ਦੇ ਲੈਵਲ ਦੇ 4-5 ਮੋਕ ਟੈਸਟ ਕੀਤੇ ਹੋਏ ਹੋਣਗੇ ਤਾਂ ਤੁਹਾਨੂੰ ਪੇਪਰ ਵਿੱਚ ਜਾ ਕੇ ਜਿਹੜੀ ਘਬਰਾਹਟ ਹੈ ਉਹ ਨਹੀਂ ਹੋਵੇਗੀ। ਇਸ ਕਰਕੇ ਚਾਹੇ ਛੁੱਟੀ ਲੈ ਲਵੋ ਚਾਹੇ ਕਿਵੇਂ ਵੀ, ਪਰੰਤੂ ਮੋਕ ਟੈਸਟ ਹੈ ਜਿਹੜੇ ਉਹ ਤੁਸੀਂ ਸਾਰਿਆਂ ਨੇ ਸੋਲਵ ਜ਼ਰੂਰ ਕਰਨੇ ਹੈ, ਕਿਉਂਕਿ ਮੋਕ ਟੈਸਟ ਨਾਲ ਹੀ ਤੁਹਾਨੂੰ ਤੁਹਾਡੀ ਕਮੀ ਦਾ ਪਤਾ ਲੱਗੇਗਾ ਅਤੇ 3-4 ਦਿਨਾਂ ਵਿੱਚ ਤੁਸੀਂ ਉਸ ਨੂੰ ਜਿਹੜਾ ਉਹ ਰਿਕਵਰ ਕਰ ਸਕੋਗੇ। ਅਤੇ ਦੂਜਾ ਜਿਹੜੀ ਘਬਰਾਹਟ ਹੈ ਉਹ ਪੇਪਰ ਵਿੱਚ ਨਹੀਂ ਹੋਵੇਗੀ ਕਿਉਂਕਿ ਤੁਸੀਂ ਪਹਿਲਾਂ ਹੀ ਉਸ ਐਕਸਪੀਰੀਅੰਸ ਨੂੰ ਉਸਨੂੰ ਮਤਲਬ ਕਿ ਕੀਤਾ ਹੋਵੇਗਾ ਜਿਹੜਾ ਤੁਸੀਂ ਐਗਜ਼ਾਮ 'ਚ ਦੇ ਰਹੇ ਹੋਵੋਗੇ, ਠੀਕ ਹੈ। ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਮੋਕ ਟੈਸਟ 1 ਤੁਹਾਨੂੰ ਦਿਖਾ ਰਹੇ ਹਾਂ, ਠੀਕ ਹੈ। ਮੋਕ ਟੈਸਟ ਇਸ ਤਰ੍ਹਾਂ ਦੇ ਹੋਣਗੇ, 1 ਦਾ ਡੈਮੋ ਹੈ, ਠੀਕ ਹੈ। ਡਿਸਟ੍ਰਿਕਟ ਅਤੇ ਆਰਮਡ ਗੇਟ ਦੋਨਾਂ ਲਈ ਹੈ ਇਹ। ਕੁੱਲ ਅੰਕ ਜਿਹੜੇ ਇਸ ਵਿੱਚ 95 ਹੋਣਗੇ ਅਤੇ 95 ਹੀ ਤੁਹਾਡੇ ਜਿਹੜੇ ਕੁਐਸਚਨ ਹੋਣਗੇ, ਠੀਕ ਹੈ। ਟੋਟਲ 95 ਕੁਐਸਚਨ ਹੈ, ਤੁਹਾਨੂੰ ਡੈਮੋ ਦਿਖਾ ਦੇਣਾ ਪੂਰਾ, ਠੀਕ ਹੈ। ਇਹ ਸਾਰੇ ਕੁਐਸਚਨ ਤੁਸੀਂ ਦੇਖ ਸਕਦੇ ਹੋ, ਟੋਟਲ 95 ਕੁਐਸਚਨ ਹੋਣਗੇ। ਜਿਵੇਂ ਤੁਹਾਡਾ ਪੇਪਰ ਹੈ ਤੁਸੀਂ ਉਸੇ ਤਰ੍ਹਾਂ ਹੀ ਇਸ ਨੂੰ ਐਗਜ਼ੈਕਟ ਪੇਪਰ ਦੇ ਵਾਂਗ 2 ਘੰਟੇ ਲਗਾ ਕੇ ਦੇਣਾ ਹੈ, ਠੀਕ ਹੈ, ਤਾਂ ਕਿ ਤੁਹਾਨੂੰ ਆਪਣਾ ਰਿਜ਼ਲਟ ਪਤਾ ਲੱਗ ਜਾਵੇ। 95 ਕੁਐਸਚਨ ਹੱਲ ਕਰਨ ਤੋਂ ਬਾਅਦ ਲਾਸਟ ਤੁਹਾਨੂੰ ਇਸ ਦੀ ਆਨਸਰ ਕੀ ਮਿਲ ਜਾਵੇਗੀ, ਠੀਕ ਹੈ। ਬਹੁਤ ਕੈਂਡੀਡੇਟ ਕਮੈਂਟ ਕਰ ਰਹੇ ਸਨ ਕਿ ਉਹਨਾਂ ਨੂੰ ਸਿਰਫ ਤੇ ਸਿਰਫ ਮੋਕ ਟੈਸਟ ਚਾਹੀਦੇ। ਹੁਣ ਜਿਨ੍ਹਾਂ ਨੂੰ 5 ਮੋਕ ਟੈਸਟ ਚਾਹੀਦੇ ਨੇ ਸਿਰਫ ਇਕੱਲੇ, ਠੀਕ ਹੈ, ਅਸੀਂ 5 ਮੋਕ ਟੈਸਟ ਜਿਹੜੇ ਤੁਹਾਨੂੰ ਸਿਰਫ ਤੇ ਸਿਰਫ 999 ਰੁਪਏ ਜਿਹੜੇ ਦੇ ਦੇਵਾਂਗੇ, 999 ਰੁਪਏ, ਠੀਕ ਹੈ। ਇਸ ਦੇ ਲਈ ਤੁਸੀਂ WhatsApp ਕਰੋ। WhatsApp ਦਾ ਨੰਬਰ ਤੁਹਾਡੇ ਸਕਰੀਨ ਉੱਤੇ ਸ਼ੋ ਹੋ ਰਿਹਾ ਹੈ 9041815272, ਠੀਕ ਹੈ। ਜਿਹੜੇ ਇਹਨੂੰ MCQs ਨਹੀਂ ਚਾਹੀਦੇ, ਠੀਕ ਹੈ, ਜਿਵੇਂ ਤੁਹਾਨੂੰ ਪਤਾ 5 ਮੋਕ ਟੈਸਟ ਪਲੱਸ MCQs ਦਾ ਸਾਡਾ ਐਪ ਉੱਤੇ 1499 ਦਾ ਪੈਕੇਜ ਚੱਲ ਰਿਹਾ ਹੈ, ਠੀਕ ਹੈ। ਜਿਨ੍ਹਾਂ ਨੂੰ ਸਿਰਫ ਤੇ ਸਿਰਫ 5 ਮੋਕ ਟੈਸਟ ਚਾਹੀਦੇ ਆ ਇਕੱਲੇ, ਹੋਰ ਉਹਨਾਂ ਨੂੰ ਕੁਝ ਨਹੀਂ ਚਾਹੀਦਾ, ਕਾਫੀ ਕੈਂਡੀਡੇਟ ਇੱਦਾਂ ਮੈਸੇਜ ਕਰੇ ਸਨ, ਤਾਂ ਅਸੀਂ ਉਹਨਾਂ ਨੂੰ ਉਹ 999 ਰੁਪਏ ਦੇ ਦੇਵਾਂਗੇ। ਜੇਕਰ ਤੁਹਾਨੂੰ ਚਾਹੀਦੇ ਹਨ ਤਾਂ ਤੁਸੀਂ WhatsApp ਕਰੋ 9041815272। ਮੈਂ ਤਾਂ ਇਹੀ ਕਹਾਂਗਾ ਕਿ ਸਾਰੇ ਜਿਹੜੇ ਜਿਨ੍ਹਾਂ ਦੀ ਜਿਵੇਂ ਵੀ ਤਿਆਰੀ ਹੋ ਚੁੱਕੀ ਹੈ, ਪੇਪਰ ਦੇਣਾ ਹੈ ਜਿਹਨਾਂ ਨੇ, ਇੱਕ ਵਾਰ ਇਹ ਮੋਕ ਟੈਸਟ ਜ਼ਰੂਰ ਕਰੋ, ਠੀਕ ਹੈ। 5 ਮੋਕ ਟੈਸਟ ਹੈ ਤੁਹਾਡੇ ਕੋਲ, 3-4 ਦਿਨ ਹੈਗੇ, ਤੁਸੀਂ ਕਰ ਸਕਦੇ ਹੋ, ਠੀਕ ਹੈ। 2-2 ਘੰਟੇ ਲਗਾ ਕੇ ਇੱਕ ਦਿਨ ਵਿੱਚ 2-2 ਵੀ ਕਰ ਸਕਦੇ ਹੋ। ਮੋਕ ਟੈਸਟ ਨਾਲ ਤੁਹਾਡੀ ਜਿਹੜੀ ਪ੍ਰੈਕਟਿਸ ਹੈ ਬਹੁਤ ਵਧੀਆ ਹੋ ਜਾਵੇਗੀ। 5 ਮੋਕ ਟੈਸਟ ਸਿਰਫ ਤੈਨੂੰ ਅਸੀਂ 999 ਰੁਪਏ 'ਚ ਦੇ ਰਹੇ ਹਾਂ। ਹੁਣੇ ਹੀ WhatsApp ਕਰ ਲਓ 9041815272 ਉੱਤੇ। ਇਹ ਤਾਂ ਗੱਲ ਹੋ ਗਈ ਮੋਕ ਟੈਸਟ ਦੀ। ਮੋਕ ਟੈਸਟ ਤੋਂ ਇਲਾਵਾ MCQ ਟੈਸਟ ਵੀ ਉਹ ਜ਼ਰੂਰ ਦਿਓ ਜਿਨ੍ਹਾਂ ਨੇ ਸਾਡਾ ਕੋਰਸ ਲਿਆ ਹੋਇਆ। ਸਾਰਿਆਂ ਨੇ MCQ ਟੈਸਟ ਹੈ ਜਿਹੜੇ ਆਪਣੇ ਪਾਏ ਹੁੰਦੇ ਹੈ, ਠੀਕ ਹੈ, ਐਪ ਉੱਤੇ ਹੀ ਤੁਸੀਂ ਦਿੰਦੇ ਹੋ, ਠੀਕ ਹੈ, ਜਿਹਨਾਂ ਦਾ ਰਿਜ਼ਲਟ ਵੀ ਨਾਲ ਦੀ ਨਾਲ ਸ਼ੋ ਹੋ ਜਾਂਦਾ, ਉਹ ਸਾਰੇ ਜ਼ਰੂਰ ਦਿਓ। ਬਾਕੀ ਵੀ ਹੁਣ ਜਿਹੜੇ 3-4 ਦਿਨ ਅਸੀਂ ਰਹਿ ਗਏ ਤਾਂ ਡੇਲੀ ਅਸੀਂ 1-1, 2-2 ਹੋਰ ਆਪਾਂ ਤੁਹਾਡੇ MCQ ਟੈਸਟ ਜਿਹੜੇ ਉੱਥੇ ਪਾ ਦੇਵਾਂਗੇ। ਉਹ MCQ ਟੈਸਟ ਜਿਹੜੇ ਤੁਸੀਂ ਉਹ ਵੀ ਜ਼ਰੂਰ ਦੇਣੇ ਹੈ, ਠੀਕ ਹੈ। ਹੁਣ ਗੱਲ ਕਰਦੇ ਹਾਂ ਤੁਹਾਡੇ ਸਿਲੇਬਸ ਦੀ। ਤੁਹਾਡੇ ਸਿਲੇਬਸ ਸਭ ਤੋਂ ਪਹਿਲਾਂ ਕੀ ਆਉਂਦਾ, IPC ਅਤੇ PPR, ਇਹ 2 ਮੇਨ ਹੈ, ਠੀਕ ਹੈ। ਕਿਉਂਕਿ IPC ਤੁਹਾਡੇ 30 ਕੁਐਸਚਨ ਆਉਣੇ 30 ਨੰਬਰ ਦੇ, PPR ਤੁਹਾਡਾ 25 ਕੁਐਸਚਨ ਆਉਣੇ ਆ 25 ਨੰਬਰ ਦੇ, ਠੀਕ ਹੈ। ਟੋਟਲ ਕਿੰਨੇ ਹੋ ਗਏ 55 ਕੁਐਸਚਨ। 95 ਚੋਂ 55 ਕੱਢ ਦਿਓ, ਪਿੱਛੇ 40 ਹੀ ਰਹਿ ਗਏ, ਠੀਕ ਹੈ। ਮਤਲਬ ਕਿ ਤਕਰੀਬਨ 60% ਜਿਹੜਾ ਤੁਹਾਡਾ ਪੇਪਰ ਹੈ IPC ਅਤੇ PPR ਵਿੱਚੋਂ ਕਵਰ ਹੁੰਦਾ ਹੈ। ਇਸ ਕਰਕੇ ਇਹ 2 ਸੈਕਸ਼ਨ ਤਾਂ ਤੁਸੀਂ ਸਮਝ ਲਓ ਕਿ ਘੋਟ ਕੇ ਪੀਣੇ ਹੈ। ਇਹਨਾਂ ਵਿੱਚੋਂ ਤੁਹਾਡਾ ਕੋਈ ਕੁਐਸਚਨ ਗਲਤ ਨਾ ਹੋਵੇ ਕਿਉਂਕਿ ਜ਼ਿਆਦਾਤਰ ਕੁਐਸਚਨ ਇਹਨਾਂ ਵਿੱਚੋਂ ਹੀ ਨਿਕਲਣੇ ਹੈ, ਠੀਕ ਹੈ। IPC ਚੋਂ ਜਿਵੇਂ ਇੱਕ ਮੈਂ ਤੁਹਾਨੂੰ ਹੋਰ ਜ਼ਰੂਰੀ ਗੱਲ ਦੱਸਣੀ ਹੈ, 4 ਦਿਨ ਰਹਿ ਗਏ। 4 ਦਿਨਾਂ ਵਿੱਚ ਤੁਸੀਂ ਜਿਹੜੇ ਲਾਅ ਹੈ ਤੁਹਾਡਾ, ਠੀਕ ਹੈ, ਲਾਅ ਦੇ ਘੱਟੋ ਘੱਟ ਹੈਡਿੰਗ ਹੈ ਜਿਹੜੇ
ਉਹ ਜ਼ਰੂਰ ਡੇਲੀ 4 ਤੋਂ 5 ਵਾਰ ਤੁਸੀਂ ਸਵੇਰੇ ਦੁਪਹਿਰੇ ਸ਼ਾਮ 2-2 ਘੰਟੇ ਦੇ ਫਰਕ ਨਾਲ ਪੜ੍ਹਨੇ ਹੀ ਪੜ੍ਹਨੇ ਹੈ। ਮਤਲਬ ਕਿ ਇੱਕ ਵਾਰ ਸ਼ੁਰੂ ਹੋ ਕੇ ਬੈਠ ਜਾਓ, ਜਿਵੇਂ ਤੁਸੀਂ IPC ਸ਼ੁਰੂ ਕਰ ਲਓ, ਜੋ ਤੁਹਾਡਾ ਸਿਲੇਬਸ ਹੈ, ਠੀਕ ਹੈ, 34 ਤੋਂ ਸ਼ੁਰੂ ਹੋ ਜਾਓ, ਮੰਨ ਲਓ, ਮਤਲਬ ਸਾਰਾ ਆਪਣੇ ਦਿਮਾਗ ਵਿੱਚ ਉਸ ਨੂੰ ਪੜ੍ਹ ਲਓ ਵੀ 34 ਤੋਂ ਲੈ ਕੇ 511 ਤੱਕ ਇਹ ਸਾਰੇ ਹੈਡਿੰਗ ਹੈ, ਇਹਨਾਂ ਦੀ ਇਹ ਧਾਰਾਵਾਂ ਹੈ, ਠੀਕ ਹੈ। ਇਸੇ ਤਰ੍ਹਾਂ ਇਹ PPR ਦੇ, ਠੀਕ ਹੈ, 14.1 ਤੋਂ 13.1 ਤੋਂ ਸ਼ੁਰੂ ਹੋ ਜਾਓ, 22.77 ਤੱਕ ਸਾਰੇ ਹੈਡਿੰਗ ਤੁਹਾਡੇ ਟਿਪਸ 'ਤੇ ਹੋਣੇ ਚਾਹੀਦੇ ਹੈ। ਇੱਦਾਂ ਹੀ CRPC ਦੇ, ਠੀਕ ਹੈ, 36 ਤੋਂ ਲੈ ਕੇ 176 ਤੱਕ ਸਾਰੇ ਹੈਡਿੰਗ ਤੁਹਾਡੇ ਟਿਪਸ 'ਤੇ ਹੋਣੇ ਚਾਹੀਦੇ ਹੈ। ਹੈਡਿੰਗ ਮੈਂ ਤੁਹਾਨੂੰ ਤਾਂ ਜ਼ੋਰ ਦੇ ਰਿਹਾ ਕਿਉਂਕਿ ਹੈਡਿੰਗ ਇੱਕ ਅਜਿਹੀ ਚੀਜ਼ ਹੈ ਨਾ ਕਿ ਤੁਹਾਡਾ 50% ਪੇਪਰ ਉੱਥੇ ਹੀ ਤੁਹਾਡਾ ਅਟੈਂਪਟ ਹੋ ਜਾਊਗਾ ਜੇਕਰ ਤੁਹਾਡੇ ਹੈਡਿੰਗ ਟਿਪਸ 'ਤੇ ਹੈ। ਕਿਉਂਕਿ ਕਈ ਵਾਰੀ ਕੁਝ ਕੁਐਸਚਨ ਅਜਿਹੇ ਹੁੰਦੇ ਆ ਕਿ ਜਿਨ੍ਹਾਂ 'ਚ ਆਪਸ਼ਨ ਹੈ ਜਿਹੜੇ ਇਸ ਤਰ੍ਹਾਂ ਦਿੱਤੇ ਹੁੰਦੇ ਆ, ਜੇਕਰ ਤੁਹਾਨੂੰ ਹੈਡਿੰਗ ਹੀ ਆਉਂਦੇ ਆ ਨਾ ਤਾਂ ਵੀ ਤੁਸੀਂ ਉਸ ਨੂੰ ਅਟੈਂਪਟ ਕਰ ਸਕੋਗੇ, ਠੀਕ ਹੈ। ਹੈਡਿੰਗ ਪਰ ਮੈਂ ਇਹ ਨਹੀਂ ਕਹਿ ਰਿਹਾ ਕਿ ਜੇਕਰ ਤੁਸੀਂ ਹੈਡਿੰਗ ਪੜ੍ਹਦੇ ਤਾਂ ਤੁਸੀਂ ਪੇਪਰ ਕਲੀਅਰ ਕਰ ਸਕੋਗੇ, ਨਹੀਂ, ਇਹ ਨਹੀਂ ਹੈ। ਬਸ ਇੰਨਾ ਕਹਿ ਕੇ ਹੈਡਿੰਗ ਤੁਹਾਡੇ ਜੇਕਰ ਸਾਰੇ ਟਿਪਸ 'ਤੇ ਹੈ ਤਾਂ ਤੁਸੀਂ ਪੇਪਰ ਦਾ 50% ਭਾਗ ਆਪਣੇ ਹੱਕ ਵਿੱਚ ਮਤਲਬ ਕਰ ਲਿਆ। ਹੈਡਿੰਗ ਯਾਦ ਕਰਨੇ ਕੋਈ ਐਡੀ ਔਖੀ ਗੱਲ ਨਹੀਂ ਹੈ, ਠੀਕ ਹੈ। 3-4 ਦਿਨਾਂ ਵਿੱਚ ਹੀ ਤੁਹਾਡੇ ਹੈਡਿੰਗ ਜਿਹੜੇ ਸਾਰੇ ਯਾਦ ਹੋ ਸਕਦੇ ਆ। ਇਸ ਕਰਕੇ ਡੇਲੀ ਇਹ ਜਿਹੜੇ 3-4 ਦਿਨ ਰਹਿ ਗਏ, ਡੇਲੀ ਹੈਡਿੰਗਸ ਜਿਹੜੇ ਸਵੇਰੇ ਸ਼ਾਮ ਦੁਪਹਿਰੇ 3-3 4-4 ਵਾਰ ਮਤਲਬ ਕਿ ਸ਼ੁਰੂ ਕਰਕੇ ਆਪਣੇ ਹੀ ਮਾਈਂਡ ਵਿੱਚ ਚਾਹੇ ਰਿਵਾਈਜ਼ ਕਰ ਲਓ, ਇਸ ਤਰ੍ਹਾਂ ਕਿ ਤੁਹਾਡਾ ਉਹ ਮਤਲਬ ਟਿਪਸ 'ਤੇ ਹੋ ਜਾਊਗਾ। ਦੇ ਪੇਪਰ ਵਿੱਚ ਜਦੋਂ ਤੁਹਾਨੂੰ ਕੋਈ ਕੁਐਸਚਨ ਆਊਗਾ ਤਾਂ ਤੁਹਾਡਾ ਟਿਪਸ 'ਤੇ ਜਿਹੜੀ ਚੀਜ਼ ਹੈ ਹੈਡਿੰਗ ਹੈ ਤਾਂ ਫਟਾਫਟ ਤੁਸੀਂ ਉਹਦਾ ਆਨਸਰ ਦੇ ਸਕਦੇ ਹੋ, ਠੀਕ ਹੈ। ਪਹਿਲੀ ਗੱਲ 50% ਤੁਹਾਡਾ ਪੇਪਰ ਹੈਡਿੰਗ 'ਚ ਹੋ ਜਾਏਗਾ ਅਤੇ ਬਾਕੀ ਫਿਰ 50% ਤੁਸੀਂ ਉਹਨੂੰ ਡੀਪਲੀ ਪੜ੍ਹਨਾ ਹੈ, ਠੀਕ ਹੈ। ਜਿਵੇਂ IPC ਹੋ ਗਿਆ, IPC ਦੇ ਇੱਕ ਤਾਂ ਸਭ ਤੋਂ ਪਹਿਲਾਂ 34 ਤੋਂ 511 ਤੱਕ ਤੁਸੀਂ ਹੈਡਿੰਗ ਜ਼ਰੂਰ ਯਾਦ ਕਰਨੀ ਆ। ਦੂਜਾ ਕੀ ਹੋ ਗਿਆ ਇਸ ਵਿੱਚ, ਦੂਜਾ ਸਜ਼ਾਵਾਂ ਬਹੁਤ ਜ਼ਰੂਰੀ ਨੇ ਇਸ ਵਿੱਚ ਯਾਦ ਕਰਨੀਆਂ, ਕਿਉਂਕਿ ਕਈ ਸਿੱਧੇ ਤੁਸੀਂ ਮੰਨ ਕੇ ਚੱਲੋ 30 ਕੁਐਸਚਨਾਂ ਤੋਂ ਤੁਹਾਨੂੰ 3-4 ਕੁਐਸਚਨ ਜਿਹੜੇ ਸਿੱਧੇ ਸਜ਼ਾਵਾਂ ਵਿੱਚੋਂ ਹੀ ਆ ਜਾਣੇ ਆ, ਠੀਕ ਹੈ। ਇਸ ਕਰਕੇ ਸਜ਼ਾਵਾਂ ਇਸ ਦੀ ਜਿਹੜੀਆਂ ਯਾਦ ਕਰਨੀਆਂ ਉਹ ਵੀ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਬਾਕੀ IPC 'ਚੋਂ ਜਿਹੜੇ ਜ਼ਿਆਦਾਤਰ ਕੁਐਸਚਨ ਆ ਉਹ ਇਸੇ ਤਰ੍ਹਾਂ ਹੀ ਆਉਂਦੇ ਆ ਕਿ ਫਲਾਣੇ ਨੇ ਫਲਾਣਾ ਜੁਰਮ ਕੀਤਾ, ਦੱਸੋ ਉਸ ਉੱਤੇ ਹੁਣ ਕਿਹੜੀ ਧਾਰਾ ਲੱਗੇਗੀ, ਠੀਕ ਹੈ। ਮਤਲਬ ਇੱਕ ਤੁਹਾਨੂੰ ਸਿਚੁਏਸ਼ਨ ਕ੍ਰੀਏਟ ਕਰਕੇ ਦੱਸ ਦੇਣੀ ਕੁਐਸਚਨ ਵਿੱਚ, ਅਤੇ ਉਸ ਵਿੱਚੋਂ ਜਿਹੜੇ 3-4 ਕਰੈਕਟਰ ਹੋਣਗੇ ਕੁਐਸਚਨ ਵਿੱਚ, ਉਹਨਾਂ 'ਚੋਂ ਕਿਸੇ ਇੱਕ ਦਾ ਤੁਹਾਨੂੰ ਪੁੱਛ ਲਿਆ ਜਾਵੇ ਕਿ ਇਸ ਉੱਤੇ ਕਿਹੜੀ ਧਾਰਾ ਲੱਗੀ। ਉਹ ਤੁਸੀਂ ਤਾਂ ਹੀ ਦੱਸ ਸਕਦੇ ਆ ਕਿ ਜੇਕਰ ਤੁਹਾਨੂੰ ਚੰਗੀ ਤਰ੍ਹਾਂ ਹੈਡਿੰਗ ਯਾਦ ਹੈ। ਇਸ ਕਰਕੇ IPC ਦੇ ਹੈਡਿੰਗ ਅਤੇ ਸਜ਼ਾਵਾਂ ਬਹੁਤ ਜ਼ਿਆਦਾ ਇੰਪੋਰਟੈਂਟ ਆ, ਉਹ ਚੰਗੀ ਤਰ੍ਹਾਂ ਯਾਦ ਕਰ ਲਿਓ। ਕਿਉਂਕਿ ਕੁਐਸਚਨ ਤੁਸੀਂ ਜਿਹੜਾ ਉਹ ਇੱਕ ਤਰ੍ਹਾਂ ਨਾਲ ਰੀਜ਼ਨਿੰਗ ਦੇ ਕੁਐਸਚਨ ਸਮਝ ਕੇ ਮੰਨ ਕੇ ਚੱਲੋ ਵੀ ਜੇ ਤੁਸੀਂ ਹੈਡਿੰਗ ਅਤੇ ਸਜ਼ਾਵਾਂ ਯਾਦ ਹੈ ਤਾਂ ਹੀ ਤੁਸੀਂ ਤੁਹਾਨੂੰ ਕੁਐਸਚਨ ਵਿੱਚ ਇੱਕ ਸਿਚੁਏਸ਼ਨ ਕ੍ਰੀਏਟ ਕੀਤੀ ਹੋਊਗੀ ਕਿ ਇੱਦਾਂ ਹੋਇਆ, ਦੱਸੋ ਫਲਾਣੇ ਨੂੰ ਕਿਹੜੀ ਸਜ਼ਾ ਹੋਊਗੀ, ਤਾਂ ਹੀ ਤੁਸੀਂ ਉਸ ਨੂੰ ਹੱਲ ਕਰ ਸਕੋਗੇ, ਠੀਕ ਹੈ। ਇਹ ਗੱਲ ਹੋ ਗਈ IPC ਦੀ। ਹੁਣ ਆ ਜਾਓ ਆਪਣਾ PPR 'ਤੇ ਪਹਿਲਾਂ, ਠੀਕ ਹੈ। PPR ਜ਼ਰੂਰੀ ਹੈ। PPR ਦਾ ਵੀ ਤੁਸੀਂ ਇਹੀ ਹੈ, ਪਹਿਲਾਂ ਤਾਂ 100% ਤੁਸੀਂ ਇਹ ਕਰਕੇ ਚੱਲੋ ਕਿ 13.1 ਤੋਂ ਲੈ ਕੇ 22.77 ਤੱਕ ਸਾਰੇ ਹੈਡਿੰਗ ਚੰਗੀ ਤਰ੍ਹਾਂ ਤੁਹਾਨੂੰ ਆਉਣੇ ਚਾਹੀਦੇ ਆ, ਠੀਕ ਹੈ। ਇਹ ਹੋ ਗਿਆ। ਉਸ ਦੇ ਨਾਲ ਤੁਸੀਂ ਕੀ ਕਰਨਾ ਹੈ, PPR ਤੁਹਾਨੂੰ ਥੋੜ੍ਹਾ ਡੀਪਲੀ ਵੀ ਪੜ੍ਹਨਾ ਪਵੇਗਾ, ਠੀਕ ਹੈ। ਜਿਵੇਂ ਡੀਪਲੀ ਕਿੱਦਾਂ, ਮਤਲਬ ਕਿ ਕੁਝ ਕੁਐਸਚਨ ਜਿਹੜੇ ਵਿੱਚੋਂ ਨਿਕਲ ਕੇ ਆਉਂਦੇ, ਜਿਵੇਂ ਅਸੀਂ MCQ ਵਿੱਚ ਵੀ ਆਪਣੇ ਤੁਹਾਡੇ ਕੁਐਸਚਨ ਪਾ ਰਹੇ ਹਾਂ, ਠੀਕ ਹੈ। ਕਿਸੇ ਵੀ ਮੰਨ ਲਓ ਤੁਸੀਂ 13.1 ਦੀ ਮੰਨ ਕੇ ਚਲੋ 13.1 ਦੀ ਜੋ ਡਿਟੇਲ ਦਿੱਤੀ ਹੋਈ ਹੈ, ਠੀਕ ਹੈ, ਉਹ ਡਿਟੇਲ ਤੁਸੀਂ ਚੰਗੀ ਤਰ੍ਹਾਂ ਪੜ੍ਹਨੀ ਹੈ, ਕਿਉਂਕਿ ਡਿਟੇਲ ਵਿੱਚੋਂ ਕਿਤੇ ਤੋਂ ਵੀ ਤੁਹਾਨੂੰ ਕੁਐਸਚਨ ਬਣ ਕੇ ਇਸ ਵਿੱਚੋਂ ਆ ਸਕਦਾ ਹੈ। ਇਸ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਹੈਡਿੰਗ 'ਚੋਂ ਹੀ ਆਊਗਾ। ਜਿਵੇਂ BPT 2021 ਦਾ ਪਿਛਲਾ ਪੇਪਰ ਸੀਗਾ, ਕਾਫੀ ਟਫ ਸੀਗਾ, ਠੀਕ ਹੈ। ਉਹ ਸਟੇਟਮੈਂਟ ਵਾਈਜ਼ ਸੀਗਾ। ਉਹਨਾਂ ਨੇ ਕੀ ਕੀਤਾ ਸੀਗਾ, ਇੱਕ ਹੀ ਕੁਐਸਚਨ ਵਿੱਚ ਹੀ ਤੁਹਾਨੂੰ 4-4 ਮਤਲਬ ਕੁਐਸਚਨ ਬਣਾ ਕੇ ਸਟੇਟਮੈਂਟ ਵਾਈਜ਼ ਪੁੱਛ ਰਹੇ। ਇੱਕ ਤਾਂ ਉਹ ਟਾਈਮ ਕੰਜ਼ਿਊਮਿੰਗ ਬਹੁਤ ਸੀਗਾ, ਦੂਜਾ ਉਹਦੇ ਵਿੱਚ ਕੀ ਸੀਗਾ ਕਿ ਤੁਹਾਨੂੰ ਇੱਕ ਕੁਐਸਚਨ ਨੂੰ ਹੱਲ ਕਰਨ ਲਈ ਘੱਟੋ ਘੱਟ 3-4 ਜਿਹੜੀਆਂ ਉਹ ਧਾਰਾਵਾਂ ਆਉਂਦੀਆਂ ਹੋਣੀਆਂ ਚਾਹੀਦੀਆਂ ਸੀਗੀਆਂ, ਤਾਂ ਹੀ ਤੁਸੀਂ ਉਸ ਕੁਐਸਚਨ ਨੂੰ ਹੱਲ ਕਰ ਸਕਦੇ ਹੋ, ਠੀਕ ਹੈ। ਇਸ ਕਰਕੇ ਮਤਲਬ ਕਿ PPR ਤੁਹਾਡਾ ਡੀਪ ਪੜ੍ਹਨਾ ਜ਼ਰੂਰੀ ਹੈ, ਕਿਉਂਕਿ PPR 'ਚੋਂ ਆਲਵੇਜ਼ ਡੀਪਲੀ ਵੀ ਆਉਂਦਾ ਹੈ ਕੁਐਸਚਨ ਪੇਪਰ, ਅਤੇ ਦੂਜੇ ਤਰ੍ਹਾਂ ਉੱਪਰ ਕਈ ਵਾਰੀ ਹੈਡਿੰਗ ਵੀ ਆ ਜਾਂਦੀ ਹੈ। ਮਤਲਬ ਇਹ ਸਾਰਾ ਇੱਦਾਂ ਨਹੀਂ ਹੁੰਦਾ ਹੈ ਕਿ ਵੀ ਸਾਰੇ ਹੀ 25 ਦੇ 25 ਕੁਐਸਚਨ ਤੁਹਾਨੂੰ ਡੀਪ ਪੁੱਛ ਲਏ ਜਾਣਗੇ, ਠੀਕ ਹੈ। ਮੰਨ ਲਓ 25 ਚੋਂ 10 ਕੁਐਸਚਨ ਉਹਨੇ ਤੁਹਾਨੂੰ ਸਿੱਧੇ ਪੁੱਛ ਲੈਣੇ ਆ ਜਿਹੜੇ ਸੌਖੇ ਹੋਣਗੇ, ਅਤੇ 15 ਕੁਐਸਚਨ ਤੁਹਾਨੂੰ ਵਿਚਲੇ ਡੀਪ ਵਿੱਚੋਂ ਮਤਲਬ ਕਿ ਜੋ ਵੀ ਧਾਰਾਵਾਂ ਦੇ ਵਿੱਚ ਲਿਖਿਆ ਹੋਇਆ ਹੈ ਡਿਟੇਲ, ਉਹਨਾਂ ਦੀ ਡਿਟੇਲ ਵਿੱਚੋਂ ਪੁੱਛ ਸਕਦੇ ਆ, ਠੀਕ ਹੈ। ਇਸੇ ਤਰ੍ਹਾਂ ਹੀ CRPC ਮੰਨ ਕੇ ਚਲੋ, CRPC 15 ਕੁਐਸਚਨ ਆਉਣੇ ਆ ਤੁਹਾਡੇ, ਠੀਕ ਹੈ। ਪਹਿਲੀ ਗੱਲ ਤਾਂ ਤੁਹਾਨੂੰ ਸਾਰੇ ਹੈਡਿੰਗ ਚੰਗੀ ਤਰ੍ਹਾਂ 176 ਤੱਕ ਯਾਦ ਹੋਣੇ ਚਾਹੀਦੇ ਹਨ। CRPC 'ਚੋਂ ਵੀ ਇੱਦਾਂ ਹੀ ਹੈ, ਮਤਲਬ 15 ਚੋਂ 5 ਕੁਐਸਚਨ ਤਾਂ ਤੁਹਾਨੂੰ ਸਿੱਧੇ ਉਹਨਾਂ ਨੇ ਪੁੱਛ ਲੈਣੇ ਆ, ਸੌਖੇ ਹੋਣਗੇ ਜਿਹੜੇ, ਪਰੰਤੂ 10 ਕੁਐਸਚਨ ਹੈ ਜਿਹੜੇ ਉਹ ਜ਼ਿਆਦਾਤਰ ਉਹ ਤੁਹਾਨੂੰ ਸਟੇਟਮੈਂਟ ਵਾਈਜ਼ ਵਿੱਚੋਂ ਜੇਕਰ ਤੁਸੀਂ ਡਿਟੇਲ ਪੜ੍ਹੀ ਹੋਊਗੀ ਤਾਂ ਹੀ ਹੱਲ ਕਰ ਸਕੋਗੇ। ਇਸ ਕਰਕੇ ਡਿਟੇਲ ਪੜ੍ਹਨੀ ਜ਼ਰੂਰੀ ਹੈ, ਠੀਕ ਹੈ। ਹੁਣ ਅੱਗੇ ਗੱਲ ਕਰਦੇ ਹਾਂ ਪੰਜਾਬ ਪੁਲਿਸ ਐਕਟ ਦੀ, ਠੀਕ ਹੈ। ਪੰਜਾਬ ਪੁਲਿਸ ਐਕਟ ਪਿਛਲੇ ਸਾਲ ਜਿਹੜੇ 2 ਕੁਐਸਚਨ ਆਏ ਸੀਗੇ, ਸਿਰਫ 40 ਅਤੇ 41 ਦੇ ਆਏ ਸੀਗੇ। 40 ਅਤੇ 41 ਜਿਹੜੀਆਂ ਤੁਹਾਡੇ ਐਕਟ ਦੀਆਂ ਧਾਰਾਵਾਂ ਹੈ, ਇਹਨਾਂ ਵਿੱਚ ਕਾਫੀ ਡਿਟੇਲ ਵਿੱਚ ਲਾਈਨਾਂ ਲਿਖੀਆਂ ਹੋਈਆਂ ਹੈ, ਠੀਕ ਹੈ। ਉੱਥੇ ਸਟੂਡੈਂਟ ਇਹੀ ਕਨਫਿਊਜ਼ ਹੋ ਗਏ ਕਿ ਵੀ
40 ਦਾ ਇਹ ਇਸ ਦਾ ਆਨਸਰ ਜਾਂ 41 ਦਾ, ਇਸ ਕਰਕੇ 40 ਅਤੇ 41 ਦੋਹਾਂ ਦੀਆਂ ਜਿਹੜੀਆਂ ਸਟੇਟਮੈਂਟ ਉਹ ਪੜ੍ਹ ਲਿਓ, ਉਹਨੂੰ ਡਿਟੇਲ 'ਚ ਪੜ੍ਹ ਲਿਓ, ਕਿਉਂਕਿ ਹੋਰ ਜਿੰਨੀਆਂ ਵੀ ਧਾਰਾਵਾਂ ਉਹਨਾਂ 'ਚ ਕਾਫੀ ਡਿਟੇਲ ਜ਼ਿਆਦਾ ਹੈ ਨਹੀਂ ਹੈ। ਇਹਨਾਂ ਵਿੱਚੋਂ ਹੀ ਡਿਟੇਲ ਮਤਲਬ ਜੇਕਰ ਡਿਟੇਲ 'ਚ ਕੁਐਸਚਨ ਪੁੱਛਣਾ ਹੋਵੇ ਨਾ ਤਾਂ ਇਹਨਾਂ 'ਚੋਂ ਹੀ ਆ ਸਕਦੀ ਹੈ। ਬਾਕੀ ਪੰਜਾਬ ਪੁਲਿਸ ਐਕਟ ਇੰਨਾ ਔਖਾ ਨਹੀਂ ਹੈਗਾ, 7-8 ਧਾਰਾਵਾਂ ਤੁਸੀਂ ਚੰਗੀ ਤਰ੍ਹਾਂ ਡਿਟੇਲ ਸਾਰੀਆਂ ਕਰ ਸਕਦੇ ਹੋ, ਠੀਕ ਹੈ। ਇਸੇ ਤਰ੍ਹਾਂ ਹੀ ਐਵੀਡੈਂਸ ਐਕਟ 1-2 ਕੁਐਸਚਨ ਇਸ 'ਚੋਂ ਆਉਂਦਾ ਹੈ, ਠੀਕ ਹੈ, ਉਹ ਵੀ ਮਤਲਬ ਕਿ 5 ਹੈ, ਤੁਸੀਂ ਚੰਗੀ ਤਰ੍ਹਾਂ ਕਰ ਸਕਦੇ ਹੋ, ਡਿਟੇਲ 'ਚ ਵੀ ਪੜ੍ਹ ਸਕਦੇ ਹੋ, ਇੰਨਾ ਔਖਾ ਉਸ ਵਿੱਚ ਕੁਝ ਵੀ ਨਹੀਂ ਹੈ। ਅੱਗੇ ਆ ਜਾਂਦੇ ਹੁਣ ਜੀਕੇ ਵਾਲੇ ਸੈਕਸ਼ਨ 'ਤੇ, ਠੀਕ ਹੈ। ਜੀਕੇ ਵਿੱਚ ਕੀ ਹੈ, ਕੌਨਸਟੀਟਿਊਸ਼ਨ ਹੈ 14 ਤੋਂ 22, ਠੀਕ ਹੈ, ਤੁਹਾਨੂੰ ਪਤਾ ਹੀ ਹੈ, ਕੋਈ ਜ਼ਿਆਦਾ ਔਖਾ ਨਹੀਂ ਹੈ, ਥੋੜ੍ਹੇ ਜਿਹੇ ਆਰਟੀਕਲ ਹੈ, ਚੰਗੀ ਤਰ੍ਹਾਂ ਪੜ੍ਹ ਲਿਓ, ਉਹਦੇ ਵਿੱਚੋਂ ਹੀ ਕੁਐਸਚਨ ਜਿਹੜਾ ਤੁਹਾਡਾ ਆ ਜਾਣਾ। ਹੁਣ ਗੱਲ ਹੈ ਮੈਥ ਦੀ, ਠੀਕ ਹੈ। ਮੈਥ ਦਾ ਇਹਨਾਂ ਨੇ ਇਹ ਆਪਣੇ 6-7 ਟੌਪਿਕ ਦੇ ਹੋਏ ਆ, ਪ੍ਰੋਫਿਟ ਲੋਸ, ਇੰਟਰਸਟ, ਪਰਸੈਂਟੇਜ, ਏਰੀਆ, ਪੈਰਾਮੀਟਰ, ਵੋਲਿਊਮ, ਸਪੀਡ, ਟਾਈਮ, ਡਿਸਟੈਂਸ। ਹੁਣ ਦੇਖੋ, ਜਿਨ੍ਹਾਂ ਦਾ ਤਾਂ ਮੈਥ ਚੰਗੀ ਤਰ੍ਹਾਂ ਹੈ, ਮਤਲਬ ਬੇਸ ਤੋਂ ਪਹਿਲਾਂ ਤੋਂ ਬਣਿਆ ਹੋਇਆ ਹੈ, ਉਹਨਾਂ ਲਈ ਤਾਂ ਗੁੱਡ ਹੈ, ਕਿਉਂਕਿ ਮੈਥ ਦੇ ਕੁਐਸਚਨ ਇੰਨੇ ਔਖੇ ਤਾਂ ਨਹੀਂ ਆਉਂਦੇ ਹੁੰਦੇ ਪੇਪਰ ਵਿੱਚ। ਮਤਲਬ ਜੇਕਰ ਤੁਸੀਂ ਬੇਸ ਤੋਂ ਸ਼ੁਰੂ ਤੋਂ ਮੈਥ ਕੀਤਾ ਹੋਇਆ ਤਾਂ ਤੁਸੀਂ ਆਸਾਨੀ ਨਾਲ ਜਿਹੜਾ ਮੈਥ ਦੇ ਕੁਐਸਚਨ ਹੈ 3 ਜਾਂ 4 ਕੁਐਸਚਨ ਹੁੰਦੇ ਆ ਮੈਥ ਦੇ ਹਾਰਡਲੀ, ਠੀਕ ਹੈ, ਉਹ ਹੱਲ ਕਰ ਸਕੋਗੇ, ਠੀਕ ਹੈ। ਬਾਕੀ ਇੰਨਾ ਹੈ ਕਿ ਹੁਣ ਮੈਥ ਉੱਤੇ ਬਹੁਤ ਜ਼ਿਆਦਾ ਜ਼ੋਰ ਦੇਣ ਦੀ ਲੋੜ ਨਹੀਂ ਹੈ। ਜਿਨ੍ਹਾਂ ਦੇ ਤਾਂ ਮੈਥ ਬੇਸ ਪਹਿਲਾਂ ਤੋਂ ਬਣਿਆ ਹੋਇਆ ਹੈ, ਠੀਕ ਹੈ, ਉਹ ਮੈਥ ਪਰ ਫੋਕਸ ਕਰਨ। ਪਰੰਤੂ ਜੇ ਹੁਣ ਕੋਈ ਕੈਂਡੀਡੇਟ ਸੋਚ ਰਿਹਾ ਕਿ ਮੈਂ ਹੁਣ 5 ਦਿਨਾਂ ਵਿੱਚ ਜਾਂ 10 ਦਿਨਾਂ ਤੋਂ ਹੀ ਸ਼ੁਰੂ ਕੀਤਾ ਹੈ ਵੀ ਮੈਥ ਦੇ ਕੁਐਸਚਨ, ਉਹ ਬਹੁਤ ਮੁਸ਼ਕਿਲ ਹੈ। ਮੈਥ ਇਹ ਹੈ, ਮੈਥ ਦੇ ਲਈ ਬੇਸ ਬਣਨਾ ਜ਼ਰੂਰੀ ਹੈ, ਘੱਟੋ ਘੱਟ 3-4 ਮਹੀਨੇ ਲੱਗਦੇ ਆ ਇਹ ਜਿੰਨੇ ਜਿਹੜੇ ਟੌਪਿਕ ਦੇ ਆ ਇਹਨਾਂ ਨੂੰ ਸਾਰਿਆਂ ਨੂੰ ਪੱਕੇ ਕਰਨ ਵਿੱਚ। ਨਹੀਂ ਤੁਸੀਂ ਰੱਟੇ ਲਾ ਕੇ ਕਰ ਲਓ, ਕੋਈ ਗੱਲ ਨਹੀਂ, ਪਰੰਤੂ ਜਦੋਂ ਐਗਜ਼ਾਮ 'ਚ ਕੁਐਸਚਨ ਆਉਂਦਾ ਉੱਥੇ ਸੋਲਵ ਨਹੀਂ ਹੁੰਦਾ। ਇਸ ਕਰਕੇ ਮੈਥ 'ਤੇ ਟਾਈਮ ਸਿਰਫ ਉਹੀ ਵੇਸਟ ਕਰਿਓ, ਕਿਉਂਕਿ 4 ਕੁਐਸਚਨ ਆਉਣਗੇ ਜਿਨ੍ਹਾਂ ਦਾ ਬੇਸ ਬਣਿਆ ਹੋਇਆ ਹੈ, ਠੀਕ ਹੈ। ਪਰੰਤੂ ਜਿਨ੍ਹਾਂ ਦਾ ਬੇਸ ਬਣਿਆ ਹੋਇਆ ਉਹ ਜ਼ਰੂਰ ਮੈਥ ਕਰਿਓ, ਕਿਉਂਕਿ ਮੈਥ ਦੇ ਇਹ 4 ਕੁਐਸਚਨ ਅਜਿਹੇ ਹਨ ਜਿਨ੍ਹਾਂ ਨਾਲ ਕਿ ਤੁਹਾਡਾ ਮਤਲਬ ਕਿ ਪੱਕੇ ਹੈ ਇੱਕ ਤਰ੍ਹਾਂ ਨਾਲ, ਠੀਕ ਹੈ। ਬਾਕੀ ਕੁਐਸਚਨ ਤਾਂ ਕਿਤੇ ਤੋਂ ਵੀ ਕੋਈ ਕੁਐਸਚਨ ਆ ਸਕਦਾ, ਪਰ ਮੈਥ ਦਾ ਇਹ ਹੈ ਕਿ ਮੈਥ ਦੇ ਕੁਐਸਚਨ ਤੁਹਾਡੇ ਮਤਲਬ ਕਿ 4 ਜੇਕਰ ਤੁਸੀਂ ਤਰੀਕੇ ਤੁਹਾਨੂੰ ਆਉਂਦੇ ਹੈ, ਠੀਕ ਹੈ, 4 ਕੁਐਸਚਨ ਆ ਉਹਨਾਂ ਦੇ, ਤਾਂ ਤੁਹਾਡੇ ਮੈਥ ਦੇ ਨੰਬਰ ਜਿਹੜੇ ਪੱਕੇ ਹੈ। ਇਸੇ ਤਰ੍ਹਾਂ ਰੀਜ਼ਨਿੰਗ ਦੇ ਵੀ, ਠੀਕ ਹੈ। ਮੈਥ ਅਤੇ ਰੀਜ਼ਨਿੰਗ ਉਹਨਾਂ ਦੇ ਲਈ ਬਹੁਤ ਹੈਲਪਫੁਲ ਹੁੰਦਾ ਜਿਨ੍ਹਾਂ ਦਾ ਬੇਸ ਬਣਿਆ ਹੋਇਆ ਇਹਨਾਂ ਦੋਹਾਂ ਚੀਜ਼ਾਂ 'ਚ। ਮੈਥ ਅਤੇ ਰੀਜ਼ਨਿੰਗ ਮਤਲਬ ਕਿ ਤੁਸੀਂ ਐਂ ਮੰਨ ਕੇ ਚਲੋ ਇਹਨਾਂ ਦੋਨਾਂ ਦੇ ਜਿਹੜੇ ਨੰਬਰ ਤੁਹਾਡੇ ਪੱਕੇ ਹੀ ਹੋ ਜਾਂਦੇ ਆ, ਕਿਉਂਕਿ ਜੀਕੇ ਹੈ ਜਿਹੜੀ, ਜੀਕੇ 'ਚ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਤੇ ਤੋਂ ਵੀ ਕੁਐਸਚਨ ਪਾ ਸਕਦੇ ਹੈ ਨਾ। ਜੀਕੇ ਬਹੁਤ ਵਾਸਟ ਹੈ, ਬਹੁਤ ਲੈਂਥੀ ਹੈ, ਤੁਸੀਂ ਮਤਲਬ ਨਹੀਂ ਕਵਰ ਕਰ ਸਕਦੇ। ਮਤਲਬ ਕਿ ਮੰਨ ਲਓ ਤੁਸੀਂ 2000 ਕੁਐਸਚਨ ਕਰ ਲਿਆ, ਜੇ ਕੁਐਸਚਨ ਫਿਰ ਵੀ ਬਾਹਰ ਤੋਂ ਆ ਜਾਏ ਤਾਂ ਬਹੁਤ ਦੁੱਖ ਹੁੰਦਾ। ਇਸ ਕਰਕੇ ਮੈਥ ਔਰ ਰੀਜ਼ਨਿੰਗ ਬਹੁਤ ਜ਼ਿਆਦਾ ਉਹਨਾਂ ਲਈ ਜ਼ਰੂਰੀ ਹੈ ਜਿਨ੍ਹਾਂ ਦਾ ਮਤਲਬ ਪਹਿਲਾਂ ਤੋਂ ਬੇਸ ਬਣਿਆ ਹੋਇਆ ਹੈ। ਪਰੰਤੂ ਜਿਨ੍ਹਾਂ ਦਾ ਬੇਸ ਨਹੀਂ ਬਣਿਆ ਹੋਇਆ, ਜਿਹੜੇ ਹੁਣ ਤੋਂ ਹੀ ਇਹ ਨਾ ਸੋਚੋ ਕਿ ਤੁਸੀਂ ਹਾਂ ਹੁਣ 4-5 ਦਿਨਾਂ 'ਚ ਮੈਥ ਜਾਂ ਰੀਜ਼ਨਿੰਗ ਕਵਰ ਕਰ ਲੂੰਗੇ, ਉਹ ਨਹੀਂ ਹੋਣਾ। ਉਹ ਇਸ ਕਰਕੇ ਉਹਨੂੰ ਹੱਥ ਨਾ ਲਗਾਇਓ, ਠੀਕ ਹੈ। ਸਿਰਫ ਉਹੀ ਮੈਥ ਅਤੇ ਰੀਜ਼ਨਿੰਗ ਕਰਨ ਜਿਨ੍ਹਾਂ ਦਾ ਪਹਿਲਾਂ ਤੋਂ ਬੇਸ ਬਣਿਆ ਹੋਇਆ ਹੈ। ਰਹੀ ਗੱਲ ਜੀਕੇ 'ਚੋਂ, ਜੀਕੇ 'ਚੋਂ ਤੁਸੀਂ ਸਾਰੇ ਜਾਣੇ ਕੀ ਕਰਨਾ ਹੈ, ਜਿਵੇਂ ਹਿਊਮਨ ਬੋਡੀ ਰਿਲੇਟਡ ਕੁਐਸਚਨ ਹੈ, ਠੀਕ ਹੈ, ਇਹ ਚੰਗੀ ਤਰ੍ਹਾਂ ਕਰ ਲਿਓ। ਐਵਰੀਡੇ ਸਾਇੰਸ ਚੰਗੀ ਤਰ੍ਹਾਂ ਕਰ ਲਿਓ, ਠੀਕ ਹੈ। ਐਗਰੀਕਲਚਰ ਐਂਡ ਇਨਵਾਇਰਮੈਂਟ ਇਹ ਚੰਗੀ ਤਰ੍ਹਾਂ ਕਰ ਲਿਓ, ਠੀਕ ਹੈ। ਹੁਣ ਰਹੀ ਗੱਲ ਕਰੰਟ ਅਫੇਅਰ ਦੀ, ਕਰੰਟ ਅਫੇਅਰ 'ਚੋਂ ਵੈਸੇ ਤਾਂ ਆਪਾਂ ਨੇ ਪਾਏ ਹੋਏ ਆ ਤੁਹਾਨੂੰ ਐਪ ਉੱਤੇ ਸਾਰੇ ਬਣਾ ਕੇ, ਠੀਕ ਹੈ, ਮਤਲਬ 2-3 PDF। ਇੱਕ ਆਪਾਂ ਨੇ ਹੁਣ ਲੇਟੈਸਟ ਪਾਈ ਸੀਗੀ ਪੰਜਾਬ ਦੀਆਂ ਲੇਟੈਸਟ ਨਿਊਜ਼ਾਂ 2023 ਦੀਆਂ, ਉਹ ਸਾਰੀਆਂ ਜ਼ਰੂਰ ਕਰ ਲਿਓ, ਕਿਉਂਕਿ ਉਹਨਾਂ ਵਿੱਚੋਂ ਕੁਛ ਕੁਐਸਚਨ ਜਿਹੜੇ ਆਉਣ ਦੀ ਸੰਭਾਵਨਾ ਹੈਗੀ, ਕਿਉਂਕਿ ਪੰਜਾਬ ਦੀਆਂ ਲੇਟੈਸਟ ਨਿਊਜ਼ ਪਾਈਆਂ ਹੋਈਆਂ ਸੀ, ਠੀਕ ਹੈ। ਇਸ ਤੋਂ ਇਲਾਵਾ ਅਸੀਂ ਕਰੰਟ ਅਫੇਅਰ ਦੀਆਂ 2 ਫਾਈਲਾਂ ਤੁਹਾਡੇ ਲਈ ਪਾਈਆਂ ਹੋਈਆਂ ਹੈ, ਕਰੰਟ ਅਫੇਅਰ 1, ਕਰੰਟ ਅਫੇਅਰ 2, ਠੀਕ ਹੈ। ਪਿਛਲੇ ਮਤਲਬ ਕਿ 2023 ਦੀ ਕਰੰਟ ਅਫੇਅਰ ਹੈ, ਉਹ 200 ਕੁਐਸਚਨ ਦੇ ਕਰੀਬ ਹੈ। ਉਹਨਾਂ 'ਚੋਂ ਤੁਸੀਂ ਕੀ ਕਰਨਾ ਹੈ, ਇੱਕ ਤਾਂ ਤੁਸੀਂ ਉਹਨਾਂ 'ਚੋਂ ਖੇਡਾਂ ਨਾਲ ਰਿਲੇਟਡ ਹੈ ਜਿਹੜੇ ਕੁਐਸਚਨ ਉਹ ਜ਼ਰੂਰ ਪੜ੍ਹ ਲਿਓ, ਠੀਕ ਹੈ, ਕਿ ਕਿਹੜੀ ਗੇਮ 'ਚ ਕੌਣ ਜਿੱਤਿਆ, ਜਾਂ ਕੋਈ ਇਵੈਂਟ ਹੋਏ ਹੈ, ਠੀਕ ਹੈ, ਜਾਂ ਕੋਈ ਅਵਿਸ਼ਕਾਰ ਹੋਇਆ ਵਧੀਆ, ਕੋਈ ਇੱਦਾਂ ਦੇ ਕੁਐਸਚਨ ਹੈ ਜਿਹੜੇ ਤੁਸੀਂ ਉਹ ਜ਼ਰੂਰ ਕਰ ਲਿਓ ਉਹਨਾਂ 'ਚੋਂ, ਕਿਉਂਕਿ 400 ਕੁਐਸਚਨ 'ਚ 500 ਕੁਐਸਚਨ ਹੋ ਜਾਣਾ ਹੈ, ਸਾਰਾ ਤਾਂ ਨਹੀਂ ਕਰ ਹੋਣਾ। ਪਰੰਤੂ ਜਿਹੜੇ ਕੁਐਸਚਨ ਤੁਹਾਨੂੰ ਪੜ੍ਹਦੇ ਸਾਰ ਹੀ ਪਤਾ ਲੱਗ ਜਾਏ ਕੋਈ ਇੱਦਾਂ ਦੇ ਕੁਐਸਚਨ BPT 'ਚ ਤੁਸੀਂ ਪਹਿਲਾਂ ਜਿਨ੍ਹਾਂ ਨੇ ਪੇਪਰ ਦਿੱਤਾ ਵੀ ਆਏ ਹੋਏ ਆ ਸਕਦੇ ਆ, ਉਹੋ ਜਿਹੇ ਕੁਐਸਚਨ ਕਰ ਲਿਓ, ਠੀਕ ਹੈ। ਜ਼ਿਆਦਾ ਮੈਂ ਤੁਹਾਨੂੰ ਇਹੀ ਕਹਾਂਗਾ, ਠੀਕ ਹੈ। ਹੁਣ ਦੁਬਾਰਾ ਇੱਕ ਲਾਸਟ ਦੱਸ ਰਿਹਾ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਤੁਹਾਡਾ ਮੇਨ ਫੋਕਸ ਲਾ 'ਤੇ ਹੀ ਹੋਣਾ ਚਾਹੀਦਾ, ਕਿਉਂਕਿ ਲਾ ਦਾ ਜਿਹੜਾ ਜ਼ਰੂਰੀ ਸਿਲੇਬਸ ਹੈ 75 ਨੰਬਰ ਦਾ, 75 ਨੰਬਰ ਉਹ ਮੈਂ ਤਾਂ ਕਹਿ ਰਿਹਾ ਕਿਉਂਕਿ ਲਾ ਦਾ ਜਿਹੜਾ ਸਿਲੇਬਸ ਹੈ ਬਹੁਤ ਥੋੜ੍ਹਾ ਹੈ। ਤੁਸੀਂ ਉਹ 75 ਨੰਬਰ ਬਹੁਤ ਥੋੜ੍ਹੇ ਸਿਲੇਬਸ ਨੂੰ ਚੰਗੀ ਤਰ੍ਹਾਂ ਵਾਰ-ਵਾਰ ਰਿਵਾਈਜ਼ ਕਰਕੇ ਪੱਕਾ ਕਰ ਸਕਦੇ ਹੋ, ਠੀਕ ਹੈ। ਬਜਾਏ ਕਿ ਇਸ ਦੀ ਜੀਕੇ ਹੈ ਜਿਹੜੀ, ਜੀਕੇ ਉਹੀ ਕਰਨ ਜਿਹਨਾਂ ਨੇ ਬੇਸ ਸ਼ੁਰੂ ਤੋਂ ਪੜ੍ਹੀ ਹੋਈ ਹੈ, ਠੀਕ ਹੈ। ਜੀਕੇ ਮੈਂ ਇਹ ਨਹੀਂ ਹੈਗਾ ਕਿ ਇਕੱਲੀ ਮਤਲਬ ਲਾ ਨਾਲ ਤੁਸੀਂ ਪਾਰ ਲੱਗ ਜਾਓਗੇ, ਕਰਨਾ ਤੁਹਾਨੂੰ ਜੀਕੇ ਵੀ ਪਏਗਾ। ਮਤਲਬ 20 ਨੰਬਰਾਂ 'ਚ ਤੁਹਾਨੂੰ ਹਾਰਡ ਦੀ 8-10 ਨੰਬਰ ਤਾਂ ਲੈਣੇ ਹੀ ਪੈਣਗੇ ਇਹਦੇ ਵਿੱਚੋਂ, ਠੀਕ ਹੈ। ਪਰੰਤੂ ਗੱਲ ਇਹ ਹੈ ਕਿ ਜੇਕਰ ਤੁਸੀਂ ਲਾ ਚੰਗੀ ਤਰ੍ਹਾਂ ਕਵਰ ਨਹੀਂ ਕੀਤਾ, ਜੀਕੇ ਦੇ ਮਗਰ ਤੁਸੀਂ ਪੈ ਗਏ, ਫਿਰ ਤੁਹਾਨੂੰ ਉਸ 'ਚ ਨੁਕਸਾਨ ਹੋਵੇਗਾ। ਪਹਿਲਾ ਤੁਹਾਡਾ ਪੁਆਇੰਟ ਇਹੀ ਹੈ ਕਿ IPC PPR, ਉਸ ਤੋਂ ਬਾਅਦ ਬਾਕੀ ਜਿਹੜਾ ਰਹਿ ਗਿਆ ਲਾ, ਤੁਸੀਂ 75 ਨੰਬਰ ਦਾ ਚੰਗੀ ਤਰ੍ਹਾਂ ਕਵਰ ਕਰਨਾ। ਲਾ ਥੋੜ੍ਹਾ ਟਿਪਸ 'ਤੇ ਹੋਊਗਾ, ਫਿਰ ਤੁਸੀਂ ਅੱਗੇ ਜਾਓਗੇ, ਠੀਕ ਹੈ। ਉਹਨਾਂ ਲਈ ਜਿਨ੍ਹਾਂ ਦਾ ਲਾ ਟਿਪਸ 'ਤੇ ਹੈ ਉਹਨਾਂ ਨੂੰ ਜੀਕੇ ਵਗੈਰਾ ਕਰਨ ਦਾ ਜ਼ਿਆਦਾ ਫਾਇਦਾ ਹੋਵੇਗਾ, ਕਿਉਂਕਿ ਫਿਰ ਉਹ ਉਸ 20 ਨੰਬਰਾਂ
12-14 ਨੰਬਰ ਜਿਹੜੇ ਉਹ ਆਸਾਨੀ ਨਾਲ ਲੈ ਸਕਦੇ ਹਾਂ। ਠੀਕ ਹੈ, ਪਹਿਲਾਂ ਆਪਣਾ ਲਾ ਟਿਪਸ ਤੇ ਜਿਹੜਾ ਹੋ ਗਿਆ, ਫਿਰ ਉਹ ਜੀਕੇ ਵੱਲ ਜਾਓ। ਜੀਕੇ ਵਿੱਚੋਂ ਸਪੈਸ਼ਲੀ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਮੈਥ ਅਤੇ ਰੀਜਨਿੰਗ ਜਿਨ੍ਹਾਂ ਦੀ ਸਟਰੋਂਗ ਉਹਨਾਂ ਲਈ ਬਹੁਤ ਪਲੱਸ ਪੁਆਇੰਟ ਹੈ, ਕਿਉਂਕਿ ਜ਼ਿਆਦਾਤਰ ਕੈਂਡੀਡੇਟ ਦੇ ਮੈਥ ਅਤੇ ਰੀਜਨਿੰਗ ਦੇ ਜਿਹੜੇ ਕੁਐਸਚਨ ਆ ਉਹ ਗਲਤ ਹੁੰਦੇ ਆ। ਜਿਨ੍ਹਾਂ ਦਾ ਮੈਥ ਅਤੇ ਰੀਜਨਿੰਗ ਸਟਰੋਂਗ ਹੈ ਤਾਂ ਉਹ ਮੰਨ ਕੇ ਚਲੋ 6-7 ਕੁਐਸਚਨ ਉਹਨਾਂ ਦੇ ਪਲੱਸ ਪੁਆਇੰਟ ਹੈ, ਉਹ ਜਿਹੜੇ ਉਹਨਾਂ ਦੇ ਠੀਕ ਹੋਣਗੇ, ਉਹ ਬਹੁਤ ਵਧੀਆ ਉਹਨਾਂ ਨੂੰ ਮਤਲਬ ਕਿ ਫਾਇਦਾ ਕਰਨਗੇ। ਕੌਂਸਟੀਟਿਊਸ਼ਨ ਹੈ, ਕੌਂਸਟੀਟਿਊਸ਼ਨ ਜੋ ਤੁਹਾਨੂੰ ਪਤਾ ਹੀ ਹੈ, ਇੱਕ ਕੁਐਸਚਨ ਆਉਣਾ, ਇੱਕ ਜਾਂ ਦੋ ਕੁਐਸਚਨ, ਉਹ ਤੁਹਾਡਾ ਹੋ ਹੀ ਜਾਣਾ, ਇੰਨਾ ਔਖਾ ਨਹੀਂ ਹੈ। ਰਹੀ ਗੱਲ ਜੀਕੇ ਦੀ, ਕਰੰਟ ਅਫੇਅਰ ਮੈਂ ਤੁਹਾਨੂੰ ਦੱਸਤਾ। ਠੀਕ ਹੈ, ਖੇਡਾਂ ਵਾਲਾ ਪੜ੍ਹ ਲਿਓ, ਪੰਜਾਬ ਦੀ ਲੇਟੈਸਟ ਨਿਊਜ਼ ਜਿਹੜਾ ਅਸੀਂ ਪਾਇਆ ਉਹ ਪੜ੍ਹ ਲਿਓ। ਇਸ ਤੋਂ ਇਲਾਵਾ ਹੋਰ ਵੀ ਤੁਹਾਨੂੰ ਜੇ ਕਿਤੇ ਤੋਂ ਵੀ ਮਿਲਦਾ ਹੈ ਜੋ ਵੀ, ਉਹ ਤੁਸੀਂ ਉੱਥੋਂ ਪੜ੍ਹ ਸਕਦੇ ਹੋ। ਮੈਥ ਅਤੇ ਰੀਜਨਿੰਗ ਦੀ ਪ੍ਰੈਕਟਿਸ ਜੇਕਰ ਤੁਸੀਂ ਕਰਨੀ ਹੈ, ਜਿਨ੍ਹਾਂ ਦਾ ਮੈਥ ਅਤੇ ਰੀਜਨਿੰਗ ਹੈਗਾ ਚੰਗਾ, ਉਹ RS ਅਗਰਵਾਲ ਦੀਆਂ ਬੁੱਕਾਂ 'ਚੋਂ ਕਰ ਸਕਦੇ ਆ, ਉੱਥੋਂ ਜਿਹੜੀ ਵਧੀਆ ਪ੍ਰੈਕਟਿਸ ਹੋ ਜਾਊਗੀ। ਬਾਕੀ ਜਿੰਨੇ ਵੀ ਤੁਹਾਡੇ ਟੌਪਿਕ ਹੈ ਨਾ, ਇਹਨਾਂ ਨੂੰ ਡਾਇਰੈਕਟ ਤੁਸੀਂ ਔਨਲਾਈਨ ਸਰਚ ਕਰਕੇ ਵੀ ਪੜ੍ਹ ਸਕਦੇ ਹੋ। ਠੀਕ ਹੈ, ਜਿਵੇਂ ਤੁਸੀਂ ਕੋਈ ਵੀ ਟੌਪਿਕ ਹੈ, ਜਿਵੇਂ ਹਿਊਮਨ ਬਾਡੀ ਹੈ, ਹਿਊਮਨ ਬਾਡੀ ਗੂਗਲ 'ਤੇ ਸਰਚ ਕਰੋ, ਡਾਇਰੈਕਟ ਤੁਹਾਨੂੰ ਕੁਐਸਚਨ ਆ ਜਾਣੇ ਆ। ਕਿਉਂਕਿ ਕੀ ਹੁੰਦਾ, ਕੋਈ ਵੀ ਪੇਪਰ ਸੈਟਰ ਕਰਨ ਵਾਲਾ ਉਹ ਕਈ ਵਾਰੀ ਡਾਇਰੈਕਟ ਮਤਲਬ ਕਿ ਐਪ ਉੱਤੋਂ ਹੀ ਕਿਸੇ ਤੋਂ ਜਾਂ ਫਿਰ ਕਿਸੇ ਵੈਬਸਾਈਟ ਤੋਂ ਜਿਹੜੇ ਸਰਚ ਕਰਕੇ ਕੁਐਸਚਨ ਪਾ ਦਿੰਦੇ ਆ। ਜੇਕਰ ਇੱਦਾਂ ਹੁੰਦਾ ਤੁਹਾਡੇ ਲਈ ਪਲੱਸ ਪੁਆਇੰਟ ਹੋ ਜਾਵੇਗਾ ਉਹ। ਠੀਕ ਹੈ, ਇਸ ਕਰਕੇ ਇੱਕ ਵਾਰ ਤੁਸੀਂ ਸਾਰੇ ਹੀ ਜਿੰਨੇ ਵੀ ਟੌਪਿਕ ਤੁਹਾਡੇ ਦਿੱਤੇ ਹੋਏ ਹੈ, ਹਿਊਮਨ ਬਾਡੀ, ਐਗਰੀਕਲਚਰ, ਐਵਰੀਡੇ ਸਾਇੰਸ, ਗੂਗਲ 'ਤੇ ਡਾਇਰੈਕਟ ਸਰਚ ਕਰਕੇ ਜੋ ਪਹਿਲੀਆਂ 2-4 ਸਾਈਟਾਂ ਆਉਂਦੀਆਂ ਉਹਨਾਂ 'ਚੋਂ ਉੱਪਰਲੇ 10-10, 15-15 ਕੁਐਸਚਨ ਇੱਕ ਵਾਰ ਜ਼ਰੂਰ ਜਿਹੜਾ ਤੁਸੀਂ ਰੀਡ ਕਰ ਲਿਓ। ਬਾਕੀ ਆਲ ਦਾ ਬੈਸਟ ਸਾਰਿਆਂ ਲਈ। ਸਾਰਿਆਂ ਨੂੰ ਮਤਲਬ ਕਿ ਅਸੀਂ ਤਾਂ ਇਹੀ ਕਹਾਂਗੇ ਕਿ ਤੁਹਾਡਾ ਸਾਰਿਆਂ ਦਾ ਪੇਪਰ ਬਹੁਤ ਵਧੀਆ ਹੋਵੇ। ਠੀਕ ਹੈ, ਅਤੇ ਤੁਸੀਂ ਸਾਰੇ ਜਣੇ BPT ਦੀ ਇਸ ਵਾਰ ਜਿਹੜੀ ਰੈਂਕ ਮੈਰਿਟ ਵਿੱਚ ਆ ਕੇ ਆਪਣਾ ਜਿਹੜਾ B1 ਦਾ ਜਿਹੜਾ ਫਾਈਨਲ ਕਰੋ ਅਤੇ ਤੁਸੀਂ ਲੋਅਰ ਕਰਨ ਜਾਵੋ ਇਸ ਤੋਂ ਬਾਅਦ। ਠੀਕ ਹੈ, ਧੰਨਵਾਦ।